पौनी पक्की, कच्ची, अद्धी कच्ची, पूरी कच्ची, सिंगल स्टीम, डबल स्टीम। अस्सलाम वालेकुम। पुरेखा टीवी ਦੇ ਨਾਲ मैं आज़म तौकीर। किसानां ਨੂੰ ਤਾਰੀਖ ਵਿੱਚ ਪਹਿਲੀ ਵਾਰੀ ਕੋਈ ਟੱਕਰ ਦੀ ਬੀਬੀ ਮਿਲੀ ਹੈ। ਸ਼ੁਕਰ ਕਰੋ ਟੱਕਰ ਦੀ ਬੀਬੀ ਮਿਲੀ ਹੈ, ਟੱਕਰ ਦਾ ਬੰਦਾ ਨਹੀਂ ਮਿਲਿਆ। ਜੇ ਕੋਈ ਬੰਦਾ ਮਿਲ ਜਾਂਦਾ ਤੇ ਖੋਰੇ ਤੁਹਾਡੇ ਨਾਲ ਕੀ ਹੁੰਦਾ। ਇਹ ਤੇ ਬੀਬੀ ਹੈ। ਬਹਰਹਾਲ ਇਸ ਬੀਬੀ ਨੇ ਵੀ ਸਾਰੇ ਕਿਸਾਨਾਂ ਨੂੰ ਨੱਥ ਪਾ ਕੇ ਰੱਖ ਦਿੱਤੀ ਹੈ। ਹੁਣ ਕਿਸਾਨਾਂ ਦੀ ਐਸੀ ਬੋਲਤੀ ਬੰਦ ਹੋਈ ਹੈ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਸਮਝ ਕੋਈ ਨਹੀਂ ਆ ਰਹੀ, ਕਿੱਥੇ ਜਾਈਏ, ਕਿਹਦੇ ਨਾਲ ਗੱਲ ਕਰੀਏ, ਕੀ ਕਰੀਏ ਤੇ ਕਿੱਥੇ ਜਾ ਕੇ ਵੜੀਏ। ਡੁੱਬ ਕੇ ਮਰ ਜਾਓ ਹੁਣ ਸਾਰੇ ਰਲ ਕੇ ਹੀ। ਵੱਡੇ ਆਏ ਕਿਸਾਨ, ਦਿਓ ਜਵਾਬ ਕਿਸੇ ਕੋਲ ਹੈ ਤੇ ਅਨਪੜ੍ਹ ਤੇ ਜਾਹਿਲ ਤਬਕਾ। ਤੁਸਾਂ ਸਾਰੀ ਹਯਾਤੀ ਮੁੰਜੀ ਲਾਈ, ਪਰ ਮੁੰਜੀ ਦੀਆਂ ਕਿਸਮਾਂ ਤੱਕ ਦਾ ਤੁਹਾਨੂੰ ਨਹੀਂ ਪਤਾ ਕਿ ਮੁੰਜੀ ਦੀਆਂ ਕਿਸਮਾਂ ਕਿੰਨੀਆਂ ਨੇ। ਇਹ ਵੇ ਤੁਹਾਡੀ ਕਿਸਾਨੀ। ਕਿਸੇ ਕਿਸਾਨ ਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਕਿ ਮੁੰਜੀ ਦੀਆਂ ਕਿਸਮਾਂ ਕਿੰਨੀਆਂ ਕੁ ਨੇ। 1 2 3 ਕਿਸਮਾਂ ਲਈ ਫਿਰਦੇ ਨੇ ਤੇ ਮੱਖੀ ਮਾਰੀ ਜਾਂਦੇ ਨੇ। ਅਖੇ ਕਾਇਨਾਤ, ਸੁਪਰ ਕਾਇਨਾਤ, ਸੁਪਰ ਕਰਨਲ, ਬਾਸਮਤੀ 86 ਤੇ 85 ਤੇ ਵਗੈਰਾ ਵਗੈਰਾ। ਬਸ ਇੰਨੀਆਂ ਕੁ ਕਿਸਮਾਂ ਲੈ ਕੇ ਤੁਸੀਂ ਕਿਸਾਨ ਬਣੇ ਫਿਰਦੇ ਹੋ। ਸਾਫਤ ਤੋਂ ਪਹਿਲੇ ਨਾ ਮੈਂ ਵੀ ਕਿਸਾਨ ਸਾਂ, ਮੈਂ ਵੀ ਕਿਸਾਨੀ ਕੀਤੀ ਹੈ। ਕਿਸਾਨ ਦਾ ਪੁੱਤਰ ਹਾਂ। ਮੈਂ ਵੀ ਵਾਹੀ ਕੀਤੀ ਹੈ, ਢੱਗਿਆਂ ਨਾਲ ਹਲ ਵਾਏ ਨੇ, ਗੁੱਠਾਂ ਗੋਡੀਆਂ ਨੇ, ਖਾਲੇ ਕੱਢੇ ਨੇ, ਮੁੰਜੀ ਲਾਈ ਏ, ਵੱਢੀ ਏ, ਕਣਕਾਂ ਗੱਡੀਆਂ ਨੇ। ਕਣਕ ਵੀ ਵੱਢੀ ਏ ਤੇ ਗਾਈ ਵੀ ਏ। ਇਹ ਸਾਰਾ ਕੰਮ ਮੈਨੂੰ ਵੀ ਆਉਂਦਾ ਸੀ, ਪਰ 4 ਜਮਾਤਾਂ ਪੜ੍ਹਨ ਦੇ ਬਾਵਜੂਦ ਮੈਨੂੰ ਵੀ ਨਹੀਂ ਸੀ ਪਤਾ ਕਿ ਮੁੰਜੀ ਦੀਆਂ ਕਿਸਮਾਂ ਕਿੰਨੀਆਂ ਨੇ। ਮੈਂ ਐਵੇਂ ਆਪਣੇ ਵੱਲੋਂ ਹੁਣ ਕਿਉਂ ਛੱਡਾਂ, ਵਾਕਈ ਮੈਨੂੰ ਵੀ ਨਹੀਂ ਸੀ ਪਤਾ। ਤੇ ਤੁਸੀਂ ਤੇ ਸਾਰਾ ਤਬਕਾ ਉਂਝ ਜਾਹਿਲ ਤੇ ਅਨਪੜ੍ਹ, ਤੁਹਾਨੂੰ ਕੀ ਪਤਾ ਹੈ। ਸ਼ੁਕਰ ਕਰੋ ਤੁਹਾਨੂੰ ਕੁਝ ਕਿਸਮਤ ਦੱਸ ਦਿੱਤੀਆਂ ਗਈਆਂ ਨੇ, ਨਹੀਂ ਤੇ ਸਾਰੀ ਹਯਾਤੀ ਤੁਸੀਂ ਇੰਝ ਹੀ ਮੱਖੀ ਤੇ ਮੱਖੀ ਮਾਰਦੇ ਰਹਿਣਾ ਸੀ। ਨਾਲੇ ਇਹ ਦੱਸੋ ਕਿ ਤੁਹਾਡੀ ਤਾਦਾਦ ਵੀ ਕਿੰਨੀ ਕੁ ਹੈ। ਉਹ ਸੱਚੀ ਉਹਨੇ ਕਿਹਾ ਨਾ ਕਿ 14 ਕਰੋੜ ਆਵਾਮ ਨੂੰ ਛੱਡ ਕੇ 2000 ਕਿਸਾਨਾਂ ਦੇ ਪਿੱਛੇ ਲੱਗ ਕੇ ਉਸ 14 ਕਰੋੜ ਨੂੰ ਭੁੱਖਿਆਂ ਤਾਂ ਨਹੀਂ ਮਾਰਨਾ। ਗੱਲ ਤਾਂ ਸਹੀ ਹੈਗੀ ਹੈ। ਲੈ ਇਸ ਗੱਲ ਦਾ ਵੀ ਤੁਹਾਨੂੰ ਬੜਾ ਮਾਣ ਸੀ ਕਿ ਅਸੀਂ ਕਿਸਾਨ ਬੜੇ ਢੇਰ ਸਾਰੇ ਹਾਂ। ਅਸੀਂ ਪਾਕਿਸਤਾਨ ਨੂੰ ਤੇ ਪੰਜਾਬ ਨੂੰ ਤੇ ਮੁਲਕ ਨੂੰ ਕੰਢ ਤੇ ਚੁੱਕੀ ਫਿਰਨੇ ਆ। ਮੁਆਸ਼ਤ ਜਿਹੜੀ ਹੈਗੀ ਹੈ ਉਹ ਸਾਡੇ ਨਾਲ ਹੈਗੀ ਹੈ, ਕੋਈ ਤੁਹਾਡੇ ਨਾਲ ਨਹੀਂ। ਸਾਰਾ 2000 ਤੇ ਕਿਸਾਨ ਹੋ। 2000 ਕਿਸਾਨ ਜਿਹੜਾ ਹੈਗਾ ਉਹਨੇ ਕਿਹੜੀ ਮੁਆਸ਼ਤ ਸੰਭਾਲਣੀ ਹੈ ਬਈ। ਤੁਹਾਨੂੰ ਇਹ ਮੇਰੀ ਗੱਲ ਬੜੀ ਕੌੜੀ ਲੱਗੀ ਹੋਣੀ ਹੈ, ਲੱਗਦੀ ਰਹੇ ਕੌੜੀ। ਮੈਂ ਸਬੂਤ ਨਾਲ ਗੱਲ ਕਰ ਰਿਹਾ ਵਾਂ, ਐਵੇਂ ਗੱਲ ਨਹੀਂ ਕਰ ਰਿਹਾ ਕਿ ਤੁਹਾਨੂੰ ਮੇਰੇ ਤੇ ਯਕੀਨ ਤਾਂ ਨਹੀਂ ਆਣਾ। ਨਾ ਵੇ ਯਕੀਨ, ਕੋਈ ਗੱਲ ਨਹੀਂ। ਮੈਂ ਸਬੂਤ ਲੈ ਕੇ ਆਇਆ ਵਾਂ। ਮੁਹਤਰਮਾ ਸਲਮਾ ਭੱਟ ਸਾਹਿਬਾ ਜਿਹੜੀਆਂ ਕਿ ਮੁਆਵਨ ਖਸੂਸੀ ਹੈਗੀਆਂ ਨੇ ਵਜ਼ੀਰ ਆਲਾ ਪੰਜਾਬ ਦੀਆਂ, ਇਹ ਗੱਲਾਂ ਉਹਨਾਂ ਕੀਤੀਆਂ ਨੇ। ਮੈਂ ਆਪਣੇ ਪੱਲਿਓਂ ਨਹੀਂ ਕਰ ਰਿਹਾ। ਚੌਲਾਂ ਦੀਆਂ ਕਿਸਮਾਂ ਵੀ ਤਾਂ ਉਹਨੇ ਦੱਸੀਆਂ ਨਾ, ਲੇਕਿਨ ਇਹ ਜਿਹੜੀ ਆ 2000 ਵਾਲੀ ਗੱਲ ਹੈ ਇਹ ਵੀ ਉਹਨੇ ਹੀ ਕੀਤੀ ਹੈ। ਨਹੀਂ ਯਕੀਨ ਤੇ ਇਹ ਸੁਣ ਲਿਓ। पंजाब की देखिए 14 करोड़ आवाम भी है, जहां पे 1500, 2000, चंद हजार किसान है। ਆਪਣੀ ਕੰਮ ਇਲਮੀ ਨੂੰ ਮੰਨ ਜਾਓ। ਜੇ ਤੁਹਾਨੂੰ ਨਹੀਂ ਸੀ ਪਤਾ ਤੇ ਮੁਹਤਰਮਾ ਨੇ ਦੱਸ ਦਿੱਤਾ ਹੈ। ਹੁਣ ਜੇ ਤੁਹਾਨੂੰ ਚੌਲਾਂ ਦੀਆਂ ਕਿਸਮਾਂ ਦਾ ਵੀ ਨਹੀਂ ਪਤਾ ਤੇ ਉਹ ਵੀ ਮੁਹਤਰਮਾ ਤੁਹਾਨੂੰ ਦੱਸ ਰਹੀਆਂ ਨੇ। ਤੇ ਕਿਸੇ ਦੀ ਗੱਲ ਕਹਿੰਦੇ ਨਾ ਮੰਨ ਜਾਣਾ ਵੀ ਬੜੀ ਵੱਡੀ ਗੱਲ ਹੁੰਦੀ ਹੈ, ਇਹ ਵੀ ਨਿੱਕੀ ਗੱਲ ਨਹੀਂ ਹੁੰਦੀ। ਤੇ ਮੁਹਤਰਮਾ ਜੋ ਕੋਈ ਤੁਹਾਨੂੰ ਦੱਸ ਰਹੀਆਂ ਨੇ ਉਹ ਤੁਸੀਂ ਸੁਣ ਲਿਓ। ਚੌਲਾਂ ਦੀਆਂ ਕਿੰਨੀਆਂ ਕਿਸਮਾਂ ਨੇ ਇਹ ਸੁਣੋ। की पौनी पक्की, कच्ची, अद्धी कच्ची, पूरी कच्ची, सिंगल स्टीम, डबल स्टीम। ਸ਼ੁਕਰ ਕਰੋ ਵੇਲੇ ਦੀ ਕਮੀ ਪਾਰੋਂ ਸਲਮਾ ਭੱਟ ਹੋਰਾਂ ਨੇ ਅਜੇ ਸਾਰੀਆਂ ਕਿਸਮਾਂ ਤੁਹਾਨੂੰ ਨਹੀਂ ਦਸੀਆਂ। ਚਲੋ ਕੁਝ ਕਿਸਮਾਂ ਤੁਹਾਨੂੰ ਮੈਂ ਵੀ ਦੱਸ ਦੇਣਾ ਵਾ। ਹੁਣ ਥੋੜ੍ਹਾ ਬਹੁਤਾ ਮੈਨੂੰ ਵੀ ਪਤਾ ਲੱਗ ਗਿਆ ਹੈ। ਮਤਲਬ ਚੌਲਾਂ ਦੀਆਂ ਕਿਸਮਾਂ ਨਾ ਇਹ ਏਡੀ ਕਿਹੜੀ ਗੱਲ ਹੈ ਬਈ। ਕੁਝ ਕਿਸਮਾਂ ਜਿਹੜੀਆਂ ਨੇ ਮੁਹਤਰਮਾ ਨੇ ਦੱਸ ਦਿੱਤੀਆਂ ਨੇ, ਕੁਝ ਕਿਸਮਾਂ ਤੁਹਾਨੂੰ ਮੈਂ ਦੱਸ ਦੇਣਾ ਵਾ ਬਈ। ਮਿੱਠੇ ਚੌਲ, ਲੂਣੇ ਚੌਲ, ਤੜਕੇ ਵਾਲੇ ਚੌਲ, ਉਸ ਤੋਂ ਬਾਅਦ ਸਾਦਾ ਚੌਲ, ਖੀਰ ਚੌਲ, ਮੁਤੰਜਣ ਚੌਲ, ਹੋਰ ਕਿੰਨੀਆਂ ਕੁ ਕਿਸਮਾਂ ਇੰਨੀਆਂ ਦਾ ਤਾਂ ਮੈਨੂੰ ਵੀ ਪਤਾ, ਲੇਕਿਨ ਸਾਰੀਆਂ ਦਾ ਯਕੀਨ ਕਰੋ ਮੈਨੂੰ ਵੀ ਅਜੇ ਵੀ ਨਹੀਂ ਪਤਾ ਹੈਗਾ। ਤੇ ਵੇਲੇ ਦੀ ਕਮੀ ਪਰ ਉਹਨਾਂ ਵੀ ਤੁਹਾਨੂੰ ਸਾਰੀਆਂ ਕਿਸਮਾਂ ਬਿਲਕੁਲ ਨਹੀਂ ਦੱਸੀਆਂ। ਜੇ ਸਾਰੀਆਂ ਕਿਸਮਾਂ ਤੁਹਾਨੂੰ ਦੱਸਣ ਲੱਗ ਪਈ ਤਾਂ ਪੂਰਾ ਦਿਨ ਲੱਗ ਜਾਣਾ ਸੀ। ਇਸ ਵਾਸਤੇ ਉਹਨਾਂ ਇਤਫਾਕ ਕੀਤਾ ਹੈ ਚੰਦ ਇੱਕ ਕਿਸਮਾਂ ਤੇ। ਤੁਹਾਨੂੰ ਸਾਰੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਲਮਾ ਭੱਟ ਹੋਰਾਂ ਦਾ ਸ਼ੁਕਰੀਆ ਅਦਾ ਕਰੋ। ਉਹ ਭਲਾ ਕਿਉਂ? ਇੱਕ ਤਾਂ ਉਹਨਾਂ ਤੁਹਾਨੂੰ ਚੌਲਾਂ ਦੀਆਂ ਕਿਸਮਾਂ ਦੱਸੀਆਂ, ਦੂਜਾ ਉਹਨਾਂ ਤੁਹਾਨੂੰ ਇਹ ਦੱਸ ਦਿੱਤਾ ਕਿ ਤੁਹਾਡੀ ਤਾਦਾਦ ਕਿੰਨੀ ਕੁ ਹੈ। ਤੀਸਰੀ ਇੱਕ ਹੋਰ ਬੜਾ ਵੱਡਾ ਕੰਮ ਹੋਇਆ, ਉਹ ਭਲਾ ਕੀ ਉਹਨਾਂ ਕੀਤਾ ਹੈ। ਕਿਉਂਕਿ ਉਹਨਾਂ ਦਾ ਜਿਹੜਾ ਸ਼ੋਭਾ ਹੈ, ਜੋ ਉਹਨਾਂ ਦੀ ਡਿਊਟੀ ਲੱਗੀ ਹੈ, ਜੋ ਉਹਨਾਂ ਦੇ ਜ਼ਿੰਮੇ ਹੈ, ਉਹਨਾਂ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ ਹੈ। ਬਈ ਉਹਨਾਂ ਦਾਲਾਂ ਦੇ ਰੇਟ ਘਟਾ ਦਿੱਤੇ ਨੇ। ਲੈ ਇਹ ਥੋੜ੍ਹਾ ਕੰਮ ਜੇ। ਦਾਲਾਂ ਦਾ ਰੇਟ ਘਟਣ ਦਾ ਮਤਲਬ ਇਹ ਕਿ ਢੇਰ ਸਾਰੇ ਗਰੀਬਾਂ ਦਾ ਫਾਇਦਾ ਹੋਇਆ। ਤੁਹਾਨੂੰ ਚੰਦ ਹਜ਼ਾਰ ਕਿਸਾਨਾਂ ਨੂੰ ਤਾਂ ਚੰਦ ਹਜ਼ਾਰ ਵੀ ਮੂੰਹ ਚੋਂ ਨਿਕਲ ਗਿਆ। 2000 ਕਿਸਾਨਾਂ ਦੇ ਫਾਇਦੇ ਲਈ ਸਾਰਿਆਂ ਦਾ ਨੁਕਸਾਨ ਤਾਂ ਨਹੀਂ ਕਰਨਾ। ਸੋ ਇਹ ਵੇ ਕਿ ਢੇਰ ਸਾਰੇ ਗਰੀਬਾਂ ਦਾ ਫਾਇਦਾ ਹੋ ਗਿਆ। ਦਾਲਾਂ ਦੇ ਰੇਟ ਘਟ ਗਏ ਨੇ, ਸਬਜ਼ੀ ਦਾ ਰੇਟ ਘਟ ਗਿਆ। ਸਬਜ਼ੀ ਦਾ ਤਾਂ ਖੈਰ ਇੰਨਾ ਕੁ ਰੇਟ ਘਟ ਗਿਆ ਕਿ
ਜੱਟਾਂ ਨੇ ਹੁਣ ਕੀ ਕੀਤਾ ਹੈ ਕਿ ਭਿੰਡੀ ਜਿਹੜੀ ਹੈਗੀ ਹੈ ਉਹ ਵੇਚਣ ਦੀ ਬਜਾਏ ਆਪਣੇ ਜਾਨਵਰਾਂ ਨੂੰ ਪਾਣੀ ਸ਼ੁਰੂ ਕਰ ਦਿੱਤੀ ਹੈ। ਬਈ ਇਸ ਤੋਂ ਵੱਡਾ ਹੋਰ ਫਾਇਦਾ ਕੀ ਦਈਏ ਆਵਾਮ ਨੂੰ? ਇੰਨਾ ਤਾਂ ਰੇਟ ਘਟ ਗਿਆ ਵੇ। ਕੀ ਹੋਇਆ ਜੇ 2-4 ਚੀਜ਼ਾਂ ਜਿਹੜੀਆਂ ਹੈ ਨੇ ਉਹਨਾਂ ਦਾ ਰੇਟ ਨਹੀਂ ਘਟਿਆ, ਜਾਂ ਤੁਸੀਂ ਸਮਝਦੇ ਹੋ ਕਿ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਹੈ, ਤੇ ਮੈਂ ਸਮਝਣਾ ਕੋਈ ਏਡੀ ਵੱਡੀ ਗੱਲ ਕੋਈ ਨਹੀਂ। ਮਿਸਾਲ ਦੇ ਤੌਰ ਤੇ ਬਿਜਲੀ, ਲੈ ਵੇ ਬਿਜਲੀ ਨੂੰ ਹੁਣ ਤੁਸੀਂ ਕੀ ਕਰਨਾ? ਤੁਹਾਡੇ ਕਿਸੇ ਕੰਮ ਹੀ ਨਹੀਂ ਬਿਜਲੀ, ਤੁਸੀਂ ਨਾ ਇਸਤੇਮਾਲ ਕਰੋ। ਹੁਣ ਲਾਭ ਪੁੱਟਦੇ ਆ, ਜਿਹਨੂੰ ਪਨੀਰੀ ਵੀ ਤੁਸੀਂ ਕਹਿੰਦੇ ਹੋ, ਉਹ ਪੁੱਟਦੇ ਆ ਤੁਸੀਂ ਉੱਥੇ ਪੱਖੇ ਥੋੜ੍ਹੇ ਹੀ ਲਾਣੇ ਨੇ। ਉਹ ਭਾਈ ਆਪਣਾ ਬਾਹਰ ਜਾਓ, ਖੇਤਾਂ 'ਚ ਆਪਣਾ ਕੰਮ ਕਰੋ। ਤੁਹਾਡਾ ਬਿਜਲੀ ਨਾਲ ਏਡਾ ਕੰਮ ਵੀ ਕਿਹੜਾ ਹੈ? ਮੋਟਰ ਨਹੀਂ ਚੱਲਦੀ ਤੇ ਨਾ ਚਲਾਓ, ਰੱਬ ਅੱਗੇ ਦੁਆ ਕਰੋ ਅੱਲਾ ਬਾਰਿਸ਼ ਦੇਵੇ, ਮੀਂਹ ਦੇਵੇ ਤੇ ਕਣਕਾਂ ਪੱਕ ਜਾਣਗੀਆਂ। ਲਓ ਜੀ, ਦੂਜੀ ਗੱਲ ਇਹ ਕਹਿੰਦੇ ਨੇ ਜੀ ਪੈਟਰੋਲ ਬੜਾ ਮਹਿੰਗਾ। ਲਓ ਜੀ, ਪੈਟਰੋਲ ਕਿਹੜਾ ਮਹਿੰਗਾ ਜੀ? ਉਹ ਭਾਈ ਮੇਰੇ ਕਣਕ ਦਾ ਰੇਟ ਤੁਹਾਨੂੰ ਜਿੰਨਾ ਮਿਲਿਆ ਹੈ ਇਸ ਵਾਰੀ, ਉਸ ਤੋਂ ਬਾਅਦ ਤੁਹਾਨੂੰ ਪੈਟਰੋਲ ਦੀ ਜ਼ਰੂਰਤ ਕੋਈ ਨਹੀਂ ਰਹੀ। ਕਿਵੇਂ ਬਈ? ਕਣਕ ਤੁਹਾਡੀ ਚੰਗੀ ਵਿਕਦੀ, ਤੁਸੀਂ ਗੱਡੀਆਂ ਲੈਂਦੇ, ਗੱਡੀਆਂ ਝੂਟਦੇ, ਉਹਨਾਂ 'ਚ ਪੈਟਰੋਲ ਪਵਾਉਂਦੇ, ਏਸੀ ਦੇ ਮਜ਼ੇ ਲੈਂਦੇ, ਉਹ ਤੇ ਕੰਮ ਗਿਆ ਮੁੱਕ। ਵੀ ਕਣਕ ਦਾ ਰੇਟ ਇਹਨਾਂ ਤੁਹਾਨੂੰ ਮਿਲਿਆ ਨਹੀਂ, ਕਣਕ ਦਾ ਰੇਟ ਇਹਨਾਂ ਕੋਲ ਥੋੜ੍ਹਾ ਲੱਗਿਆ ਵੇ ਕਿ ਤੁਸੀਂ ਗੱਡੀਆਂ ਹੀ ਨਹੀਂ ਲੈ ਸਕੇ। ਤੇ ਜਿਨ੍ਹਾਂ ਦੇ ਘਰ 'ਚ ਗੱਡੀਆਂ ਹੈ ਨਹੀਂ, ਉਹ ਚਲਾਉਣ ਜੋਗੇ ਕੋਈ ਨਹੀਂ ਰਹਿ ਗਏ। ਰਹਿ ਗਈ ਆ ਜਾ ਕੇ ਤੁਹਾਡੇ ਕੋਲ ਇੱਕ ਟੁੱਟੀ ਭੱਜੀ ਮੋਟਰਸਾਈਕਲ ਕਿਸਾਨਾਂ ਕੋਲ, ਤੇ ਉਹਦੇ ਵਿੱਚ ਜਿੱਥੇ ਤੁਸੀਂ ਲੀਟਰ ਪਵਾਉਂਦੇ ਸੀ ਉੱਥੇ ਅੱਧਾ ਲੀਟਰ ਪਵਾ ਲਿਓ, ਉਹਦੇ ਨਾਲ ਵੀ ਕੰਮ ਚੱਲ ਸਕਦਾ। ਅੱਛਾ, ਹੁਣ ਇੱਕ ਹੋਰ ਚੀਜ਼ ਆਖਰੀ ਜਿਹੜੀ ਮੈਂ ਦੱਸਣਾ ਚਾਹ ਰਿਹਾ ਉਹ ਹੈਗੀ ਹੈ ਦਵਾਈਆਂ। ਕਹਿੰਦੇ ਨੇ ਜੀ ਇਹ ਜਾਨ ਬਚਾਉਣ ਵਾਲੀਆਂ ਦਵਾਈਆਂ ਬੜੀਆਂ ਮਹਿੰਗੀਆਂ ਨੇ। ਬਈ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਹੀ ਕਿਉਂ ਹੋ ਕਿ ਤੁਸੀਂ ਬਿਮਾਰ ਹੋ ਜਾਓ? ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋ ਹੀ ਨਾ, ਠੀਕ ਹੈ? ਨਾ ਇਸ ਤਰ੍ਹਾਂ ਦੇ ਕੰਮ ਕਰੋਗੇ, ਨਾ ਤੁਸੀਂ ਬਿਮਾਰ ਹੋਵੋਗੇ, ਤੇ ਨਾ ਹੀ ਤੁਹਾਨੂੰ ਦਵਾਈਆਂ ਦੀ ਲੋੜ ਪੈਗੀ। ਕਿਸਾਨ ਭਰਾਓ, ਗੁਜ਼ਾਰਿਸ਼ ਹੈ ਸਾਰਾ ਮਲਬਾ ਹਕੂਮਤ ਤੇ ਨਾ ਪਾਓ, ਕੁਝ ਆਪ ਵੀ ਕਰਾਓ। ਇਹ ਸਾਰੀ ਮਹਿੰਗਾਈ ਦਾ ਰੋਣਾ ਰੱਪਾ ਜਿਹੜਾ ਤੁਸੀਂ ਪਾਏ ਹੈ ਨਾ, ਇਹ ਸਾਰਾ ਕੁਝ ਹਕੂਮਤ ਤੇ ਨਾ ਸੁੱਟੋ। ਖੈਰ, ਸਲਮਾ ਭੱਟ ਸਾਹਿਬਾ ਦੇ ਖੂਬਸੂਰਤ ਮਸ਼ਵਰੇ ਜਿਹੜੇ ਨੇ, ਔਰ ਉਸ ਤੋਂ ਬਾਅਦ ਜਿਹੜੀ ਉਹਨਾਂ ਤੁਹਾਨੂੰ ਚੌਲਾਂ ਦੀਆਂ ਕਿਸਮਾਂ ਦਸੀਆਂ, ਤੁਹਾਡੀ ਤਾਦਾਦ ਦਸੀ, ਉਸ ਤੋਂ ਬਾਅਦ ਚੀਜ਼ਾਂ ਦੇ ਰੇਟ ਘਟਾ ਦਿੱਤੇ, ਔਰ ਇਸ ਤੋਂ ਬਾਅਦ ਤੁਹਾਨੂੰ ਹੋਰ ਚਾਹੀਦਾ ਕੀ ਹੈ? ਹੁਣ ਐਂਡ ਦੇ ਉੱਤੇ ਮੈਂ ਸਿਰਫ ਤੁਹਾਨੂੰ ਇੱਕ ਸ਼ੇਰ ਸੁਣਾਵਾਂਗਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਯਾਦ ਰਹਿ ਜਾਏਗਾ। ਹਜ਼ਰਤ ਅਲੀ ਦੇ ਦੀਵਾਨ ਦਾ ਪੰਜਾਬੀ ਤਰਜਮਾ ਕੀਤਾ ਹੈ ਬਸ਼ੀਰ ਦੀਵਾਨਾ, ਪਿੰਡੀ ਭੱਟੀਆਂ ਦੇ ਇੱਕ ਸ਼ਾਇਰ ਨੇ। ਉਹਨਾਂ ਉਸ ਦੀਵਾਨ ਦੇ 'ਚੋਂ ਇੱਕ ਸ਼ੇਰ ਮੈਨੂੰ ਨਜ਼ਰ ਆਇਆ, ਮੈਂ ਕਿਹਾ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਜਾਵਾਂ ਕਿ ਬਚ ਜਹਿਲਾਂ ਦੀ ਮਜਲਿਸ ਕੋਲੋਂ ਜੋ ਬਚਿਆ ਮਨ ਭਾਇਆ, ਜਹਿਲਾਂ ਉਹ ਹਕੀਮ ਵੰਜਾਇਆ, ਨਾਲ ਜਿਹਦੇ ਨਿਉ ਲਾਇਆ।